ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਬਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ 24 ਖਬਰਾਂ ਦੇ ਉੱਪਰ। ਕੈਨੇਡਾ ਦੇ ਵਿੱਚ ਕੋਵਿਡ-19 ਅਪਡੇਟ ਦੱਸਾਂਗੇ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਆਏ ਕਿੰਨੇ ਮਾਮਲੇ ਸਾਹਮਣੇ। ਪੂਰੇ ਭਾਰਤ ਦੇ ਵਿੱਚ ਖੁੱਲੇ ਕੈਨੇਡਾ ਦੇ ਵੀਜ਼ਾ ਕੇਂਦਰ, ਦੱਸਾਂਗੇ ਕੌਣ ਜਾ ਸਕਦਾ ਹੈ ਹੁਣ ਕੈਨੇਡਾ। 2021 ਦੇ ਸ਼ੁਰੂ ਦੇ ਵਿੱਚ ਕੈਨੇਡਾ ਵਾਸੀਆਂ ਨੂੰ ਮਿਲੇਗੀ ਵੈਕਸੀਨ, 3 ਮਿਲੀਅਨ ਲੋਕਾਂ ਨੂੰ ਮਿਲੇਗੀ ਇੱਕ ਕਰੋਨਾ ਵੈਕਸੀਨ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਲਦ ਪਹੁੰਚ ਜਾਵੇਗਾ ਕਰੋਨਾ ਵੈਕਸੀਨ, ਕੀਤਾ ਗਿਆ ਇਸ ਵਾਸਤੇ ਸਾਰਾ ਪਲਾਨ ਤਿਆਰ। ਹੁਣ ਕੈਨੇਡਾ ਸਰਕਾਰ ਕਿਹੜੀ ਸਵਾਲਾਂ ਦੇ ਘੇਰੇ ਦੇ ਵਿੱਚ ਕਰੋਨਾ ਟੀਕੇ ਬਾਰੇ ਵਿਰੋਧੀ ਕਰ ਰਹੇ ਹਨ ਸਵਾਲ। ਸ਼ੁਰੂਆਤ ਕਰਦੇ ਹਾਂ ਖਬਰਾਂ ਦੇ ਇਸ ਬੁਲੇਟਿਨ ਦੀ ਸਭ ਤੋਂ ਪਹਿਲੀ ਖਬਰ ਦੀ, ਜਿੱਥੇ ਗੱਲ ਕਰਾਂਗੇ ਜੋ ਕੈਨੇਡਾ ਦੇ ਵਿੱਚ ਕੋਵਿਡ-19 ਦੀ ਮੌਜੂਦਾ ਸਥਿਤੀ ਹੈ। ਆਏ ਦਿਨ ਜ਼ਿਆਦਾ ਮਾਮਲੇ ਇੱਥੇ ਸਾਹਮਣੇ ਆ ਰਹੇ ਨੇ, ਜੋ ਰੋਜ਼ਾਨਾ ਵੱਧ ਕੇਸਿਸ ਰਿਪੋਰਟ ਹੋ ਰਹੇ ਨੇ। ਇਹ ਸਿਹਤ ਮਾਹਿਰਾਂ ਵਾਸਤੇ ਵੀ ਚਿੰਤਾ ਦਾ ਵਿਸ਼ਾ ਬਣੇ ਹੋਏ ਨੇ। ਅਜਿਹੇ ਦੇ ਵਿੱਚ ਵੱਖ-ਵੱਖ ਪ੍ਰੋਵਿੰਸਿਸ ਦੇ ਵਿੱਚ ਮੁੜ ਤੋਂ ਸਖਤੀਆਂ ਕੀਤੀਆਂ ਜਾ ਰਹੀਆਂ ਨੇ, ਪਾਬੰਦੀਆਂ ਲਗਾਈਆਂ ਜਾ ਰਹੀਆਂ ਨੇ। ਇਸ ਪਹਿਲੀ ਖਬਰ ਦੇ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਕੈਨੇਡਾ ਦੇ ਵਿੱਚ ਕਰੋਨਾ ਵਾਇਰਸ ਦੀ ਕੀ ਮੌਜੂਦਾ ਸਥਿਤੀ ਹੈ। ਨਾਲ ਦੀ ਨਾਲ ਜੋ ਕੇਸਿਸ ਓਵਰਵਿਊ ਹੈ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ। ਕੈਨੇਡਾ ਦੇ ਵਿੱਚ ਲਗਾਤਾਰ ਕੋਵਿਡ-19 ਦੇ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ ਤੇ ਅਜਿਹੇ ਚ ਪ੍ਰੋਵਿੰਸਿਸ ਚ ਮੁੜ ਤੋਂ ਸਖਤੀਆਂ ਕੀਤੀਆਂ ਜਾ ਰਹੀਆਂ ਨੇ। ਓਨਟਾਰੀਓ ਦੇ ਵਿੱਚ 1478 ਕੋਵਿਡ ਕੇਸ ਸਾਹਮਣੇ ਆਏ ਅਤੇ 21 ਲੋਕਾਂ ਦੀ ਮੌਤ ਵੀ ਇਸ ਵਾਇਰਸ ਕਾਰਨ ਇੱਥੇ ਹੋਈ ਹੈ। ਪੀਲ ਰੀਜਨ ਤੋਂ 572, 356 ਟੋਰਾਂਟੋ ਤੋਂ ਅਤੇ 111 ਯਾਰਕ ਰੀਜਨ ਤੋਂ ਮਾਮਲੇ ਸਾਹਮਣੇ ਆਏ। ਵਾਟਰਲੂ ਰੀਜਨ ਤੋਂ 64 ਮਾਮਲੇ, ਹੈਮਿਲਟਨ ਤੋਂ 59 ਮਾਮਲੇ, ਦੁਹਰਮ ਰੀਜਨ ਤੋਂ 47 ਮਾਮਲੇ, ਵਿੰਡਸਰ ਤੋਂ 42 ਮਾਮਲੇ, ਹਲਟਨ ਰੀਜਨ ਤੋਂ 36 ਮਾਮਲੇ ਤੇ ਓਟਵਾ ਤੋਂ 24 ਮਾਮਲੇ ਦਰਜ ਕੀਤੇ ਗਏ। ਇਨ੍ਹਾਂ ਕੇਸਿਸ ਚੋਂ 88 ਸਕੂਲ ਰਿਲੇਟਡ ਮਾਮਲੇ ਹਨ, ਜਿਨ੍ਹਾਂ 'ਚ 70 ਸਟੂਡੈਂਟਸ ਅਤੇ 18 ਸਟਾਫ ਮੈਂਬਰਸ ਨੇ। 12,871 ਕਨਫਰਮਡ ਕੇਸਿਸ ਹਨ, ਜੋ ਕਿ ਇਸ ਸਮੇਂ ਐਕਟਿਵ ਨੇ। 47,576 ਸੈਂਪਲ ਟੈਸਟ ਕੀਤੇ ਗਏ ਨੇ। ਕਿਊਬੈਕ ਤੋਂ 1,464 ਮਾਮਲੇ ਸਾਹਮਣੇ ਆਏ। ਨਾਲ ਹੀ ਇੱਥੇ 32 ਲੋਕਾਂ ਦੀ ਮੌਤ ਵੀ ਹੋਈ ਹੈ। ਇੱਥੇ 1,36,894 ਕੇਸਿਸ ਕਨਫਰਮਡ ਨੇ। 675 ਮਰੀਜ਼ ਹਸਪਤਾਲ ਦੇ ਵਿੱਚ ਹਨ, ਜਿਨ੍ਹਾਂ ਦੇ ਵਿੱਚੋਂ 90 ਇੰਟੈਂਸਿਵ ਕੇਅਰ ਅਧੀਨ ਨੇ। ਟਾਪ ਡਾਕਟਰਸ ਨੇ ਕਿਹਾ ਹੈ ਕਿ ਮੈਨੀਟੋਬਾ ਦੇ ਵਿੱਚ ਇਸ ਮਹੀਨੇ 70% ਦੀ ਮੌਤਾਂ ਕੋਵਿਡ ਕਾਰਨ ਹੋਈਆਂ ਨੇ। ਨਾਲ ਹੀ ਇੱਥੇ 383 ਨਵੇਂ ਕੋਵਿਡ ਕੇਸ ਸਾਹਮਣੇ ਆਏ ਨੇ। ਕੈਨੇਡਾ 'ਚ ਕੇਸਿਸ ਓਵਰਵਿਊ ਦੀ ਗੱਲ ਕਰੀਏ ਤਾਂ ਹੁਣ ਤੱਕ 3,51,000 ਦੇ ਲਗਭਗ ਕੁੱਲ ਮਾਮਲੇ ਸਾਹਮਣੇ ਆ ਚੁੱਕੇ ਨੇ। 11,776 ਲੋਕਾਂ ਦੀ ਇਸ ਵਾਇਰਸ ਕਾਰਨ ਜਾਨ ਜਾ ਚੁੱਕੀ ਹੈ ਤੇ 2,80,000 ਦੇ ਲਗਭਗ ਕੈਨੇਡਾ ਦੇ ਵਿੱਚ ਰਿਕਵਰਡ ਕੇਸਿਸ ਨੇ। ਡਿਜ਼ਨੀਲੈਂਡ ਤੋਂ ਇੱਕ ਬੁਰੀ ਖਬਰ ਸਾਹਮਣੇ ਆਈ ਹੈ। ਬੁਰੀ ਖਬਰ ਇਸ ਕਰਕੇ ਕਿਉਂਕਿ ਇੱਥੇ ਕੰਮ ਕਰਨ ਵਾਲੇ ਹਜ਼ਾਰਾਂ ਹੀ ਕਰਮਚਾਰੀਆਂ ਨੂੰ ਹੁਣ ਆਪਣੀ ਨੌਕਰੀ ਗਵਾਉਣੀ ਪਏਗੀ। ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ 32,000 ਦੇ ਲਗਭਗ ਜੋ ਇੱਥੇ ਕੰਮ ਕਰਨ ਵਾਲੇ ਵਰਕਰਸ ਨੇ, ਉਹਨਾਂ ਦੀ ਛਾਂਟੀ ਕੀਤੀ ਜਾਏਗੀ, ਜਾਣੀ ਕਿ ਉਹਨਾਂ ਨੂੰ ਕੰਮ ਤੋਂ ਕੱਢਿਆ ਜਾਏਗਾ। ਇਸ ਤੋਂ ਪਹਿਲਾਂ ਜੋ ਇਸ ਡਿਜ਼ਨੀਲੈਂਡ ਵੱਲੋਂ ਜਾਣਕਾਰੀ ਦਿੱਤੀ ਗਈ ਸੀ, ਉਸ ਵਿੱਚ ਕਿਹਾ ਗਿਆ ਸੀ ਕਿ 28,000 ਦੇ ਲਗਭਗ ਵਰਕਰਸ ਨੂੰ ਕੱਢਿਆ ਜਾਏਗਾ, ਪਰ ਹੁਣ ਇਸ ਦੇ ਨਾਲ ਸੰਬੰਧਿਤ ਇਹ ਨਵੀਂ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਹੈ। ਇਸ ਦਾ ਕਾਰਨ ਉਹਨਾਂ ਨੇ ਇਹੀ ਦੱਸਿਆ ਹੈ ਕਿ ਕੋਵਿਡ-19 ਦੇ ਕਾਰਨ ਜੋ ਇੱਥੇ ਦੇਖਣ ਵਾਲੇ ਆਉਣ ਵਾਲੇ ਸੈਲਾਨੀ ਨੇ, ਜਾਨੀ ਕਸਟਮਰਸ ਨੇ, ਉਹਨਾਂ ਵਿੱਚ ਕਾਫੀ ਗਿਰਾਵਟ ਆਈ ਹੈ, ਜਿਸ ਦੇ ਕਰਕੇ ਉਹਨਾਂ ਨੂੰ ਫਾਈਨੈਂਸ਼ੀਅਲ ਇਸ ਦਾ ਲਾਸ ਜਰਨਾ ਪੈ ਰਿਹਾ ਹੈ। ਉਹਨਾਂ ਵੱਲੋਂ ਇਹ ਕਦਮ ਇਸੇ ਕਰਕੇ ਚੱਕਿਆ ਜਾ ਰਿਹਾ ਹੈ। ਬਾਕੀ ਤੁਹਾਡੇ ਨਾਲ ਜਾਣਕਾਰੀ ਡੀਟੇਲ ਦੇ ਵਿੱਚ ਇਸ ਖਬਰ 'ਚ ਸਾਂਝੀ ਕਰਾਂਗੇ। ਹੁਣ ਡਿਜ਼ਨੀਲੈਂਡ ਦੇ ਵਿੱਚ ਕੰਮ ਕਰਨ ਵਾਲੇ ਕਈਆਂ ਦੀ ਨੌਕਰੀ ਜਾ ਸਕਦੀ ਹੈ। ਐਂਟਰਟੇਨਮੈਂਟ ਕੰਪਨੀ ਵਾਲਟ ਡਿਜ਼ਨੀ ਨੇ ਸਾਲ 2021 ਦੇ ਸ਼ੁਰੂ ਦੇ ਵਿੱਚ 32,000 ਲੋਕਾਂ ਨੂੰ ਨੌਕਰੀ ਤੋਂ ਹਟਾਉਣ ਦਾ ਫੈਸਲਾ ਲਿਆ ਹੈ। ਕੰਪਨੀ ਨੇ ਇਸ ਦਾ ਕਾਰਨ ਪੈਂਡੇਮਿਕ ਜਾਣੀ ਕਿ ਕਰੋਨਾ ਵਾਇਰਸ ਨੂੰ ਦੱਸਿਆ। ਉਹਨਾਂ ਕਿਹਾ ਕਿ ਕਰੋਨਾ ਵਾਇਰਸ ਦੇ ਸੰਕਟ ਦੇ ਚੱਲਦਿਆਂ ਕਸਟਮਰਸ ਦੀ ਵੱਡੀ ਕਮੀ ਦੇਖਣ ਨੂੰ ਮਿਲੀ ਹੈ। ਅਜਿਹੇ ਦੇ ਵਿੱਚ ਇਸ ਦੌਰ 'ਚ ਛਾਂਟੀ ਕਰਨਾ ਜ਼ਰੂਰੀ ਹੈ, ਜਾਣੀ ਕਿ ਇੱਥੇ ਕੰਮ ਕਰਨ ਵਾਲਿਆਂ ਨੂੰ ਕੱਢਣਾ ਜ਼ਰੂਰੀ ਹੈ। ਇਸ ਤੋਂ ਪਹਿਲਾਂ ਕੰਪਨੀ ਨੇ 28,000 ਲੋਕਾਂ ਨੂੰ ਹਟਾਉਣ ਦੀ ਗੱਲ ਕਹੀ ਸੀ। ਕੰਪਨੀ ਨੇ ਸਿਕਿਉਰਿਟੀਜ਼ ਐਂਡ ਐਕਸਚੇਂਜ ਨੇ ਇਸ ਸੰਬੰਧਿਤ ਜਾਣਕਾਰੀ ਸਾਂਝੀ ਕੀਤੀ ਹੈ। ਇਸ ਤੋਂ ਪਹਿਲਾਂ ਕੰਪਨੀ ਨੇ ਕਿਹਾ ਸੀ ਕਿ ਉਹ ਦੱਖਣੀ ਕੈਲੀਫੋਰਨੀਆ ਦੇ ਵਿੱਚ ਸਥਿਤ ਥੀਮ ਪਾਰਕ 'ਚੋਂ ਕੁਝ ਵਰਕਰਸ ਨੂੰ ਹਟਾਉਣ ਦੀ ਤਿਆਰੀ ਦੇ ਵਿੱਚ ਨੇ। ਦਰਅਸਲ ਕੋਰੋਨਾ ਸੰਕਟ ਕਾਰਨ ਜੋ ਪਾਬੰਦੀਆਂ ਹਨ, ਉਸ ਦੇ ਚੱਲਦਿਆਂ ਥੀਮ ਪਾਰਕ ਬੰਦ ਹੈ ਅਤੇ ਇਸ ਕਾਰਨ ਵੱਡੇ ਪੱਧਰ ਤੇ ਕੰਪਨੀ ਨੂੰ ਰੈਵਨਿਊ 'ਚ ਨੁਕਸਾਨ ਝੱਲਣਾ ਪੈ ਰਿਹਾ ਹੈ। ਇਸ ਤੋਂ ਇਲਾਵਾ ਫਲੋਰੀਡਾ ਅਤੇ ਅਮਰੀਕਾ ਤੋਂ ਬਾਹਰ ਸਥਿਤ ਹੋਰ ਥੀਮ ਪਾਰਕਾਂ ਨੂੰ ਖੋਲ੍ਹ ਦਿੱਤਾ ਗਿਆ ਹੈ, ਪਰ ਕੋਰੋਨਾ ਵਾਇਰਸ ਦੇ ਚੱਲਦਿਆਂ ਸੋਸ਼ਲ ਡਿਸਟੈਂਸਿੰਗ, ਟੈਸਟਿੰਗ ਅਤੇ ਮਾਸਕ ਪਹਿਨਣ ਦੇ ਨਿਯਮਾਂ ਦਾ ਸਖਤੀ ਦੇ ਨਾਲ ਪਾਲਣ ਕੀਤਾ ਜਾ ਰਿਹਾ ਹੈ।
ਬੀਤੇ ਮਹੀਨੇ ਪੈਰਿਸ ਦੇ ਵਿੱਚ ਸਥਿਤ ਡਿਜ਼ਨੀਲੈਂਡ ਪੈਰਿਸ ਨੂੰ ਵੀ ਬੰਦ ਕਰਨਾ ਪਿਆ ਸੀ। ਦਰਅਸਲ ਫਰਾਂਸ ਸਰਕਾਰ ਨੇ ਕੋਰੋਨਾ ਸੰਕਟ ਦੇ ਨਾਲ ਨਜਿੱਠਣ ਦੇ ਲਈ ਨਵੇਂ ਸਿਰੇ ਤੋਂ ਲਾਕਡਾਊਨ ਲਗਾਉਣ ਦਾ ਫੈਸਲਾ ਲਿਆ। ਇਸ ਦੇ ਚੱਲਦਿਆਂ ਡਿਜ਼ਨੀ ਨੇ ਥੀਮ ਪਾਰਕ ਨੂੰ ਬੰਦ ਕੀਤਾ। ਹਾਲਾਂਕਿ ਯੂਰਪੀਅਨ ਦੇਸ਼ਾਂ ਅਤੇ ਅਮਰੀਕਾ ਦੇ ਮੁਕਾਬਲੇ ਕੰਪਨੀ ਏਸ਼ੀਆਈ ਦੇਸ਼ਾਂ ਦੇ ਵਿੱਚ ਵਧੀਆ ਕਾਰੋਬਾਰ ਕਰ ਰਹੀ ਹੈ। ਸ਼ੰਘਾਈ, ਹਾਂਗਕਾਂਗ ਅਤੇ ਟੋਕੀਓ ਦੇ ਵਿੱਚ ਕੰਪਨੀਆਂ ਦੇ ਥੀਮ ਪਾਰਕ ਖੁੱਲ੍ਹੇ ਰਹਿਣਗੇ। ਕੰਪਨੀ ਵੱਲੋਂ ਇਹ ਜਾਣਕਾਰੀ ਅਜੇ ਨਹੀਂ ਸਾਂਝੀ ਕੀਤੀ ਗਈ ਕਿ ਜਿਨ੍ਹਾਂ ਕੰਮ ਕਰਨ ਵਾਲਿਆਂ ਨੂੰ ਕੱਢਿਆ ਜਾ ਰਿਹਾ ਹੈ 32,000 ਕਰਮਚਾਰੀਆਂ 'ਚ ਪਹਿਲੇ ਹਟਾਏ ਗਏ 28 ਕਰਮਚਾਰੀ ਸ਼ਾਮਲ ਹੋਣਗੇ ਜਾਂ ਨਹੀਂ। ਹਾਲਾਂਕਿ ਕੰਪਨੀ ਦੇ ਸੂਤਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਪਹਿਲਾਂ ਨੌਕਰੀ ਤੋਂ ਹਟਾਏ ਗਏ ਲੋਕ ਵੀ ਇਸ ਦੇ ਵਿੱਚ ਸ਼ਾਮਲ ਨੇ। 3 ਫਾਰਮਾਸਿਊਟੀਕਲ ਕੰਪਨੀਆਂ ਵੱਲੋਂ ਤਾਂ ਇਹ ਦਾਅਵਾ ਕਰ ਦਿੱਤਾ ਗਿਆ ਕਿ ਉਹਨਾਂ ਦੀ ਕੋਵਿਡ-19 ਦੀ ਵੈਕਸੀਨ ਜਾਣੀ ਕਿ ਟੀਕਾ ਸੁਰੱਖਿਅਤ ਹੈ। ਪਰ ਹੁਣ ਜਿਹੜਾ ਹੈ ਇਸ ਨੂੰ ਕਿਸ ਤਰ੍ਹਾਂ ਪਹੁੰਚਾਇਆ ਜਾਵੇ, ਇਸ ਨੂੰ ਜਾਣੀ ਕਿ ਡਿਸਟ੍ਰੀਬਿਊਟ ਕਿਸ ਤਰ੍ਹਾਂ ਕੀਤਾ ਜਾਵੇ, ਇਸ ਦੇ ਲਈ ਪਲਾਨ ਵੀ ਤਿਆਰ ਕੀਤੇ ਜਾ ਰਹੇ ਨੇ। ਸੋ ਖਬਰ ਜਿਹੜੀ ਹੈ ਉਹ ਬ੍ਰਿਟਿਸ਼ ਕੋਲੰਬੀਆ ਤੋਂ ਸਾਹਮਣੇ ਆਈ ਹੈ, ਜਿੱਥੇ ਹੁਣ ਕੋਵਿਡ-19 ਵੈਕਸੀਨ ਦੀ ਡਿਸਟ੍ਰੀਬਿਊਸ਼ਨ ਦਾ ਪਲਾਨ ਤਿਆਰ ਕੀਤਾ ਜਾ ਰਿਹਾ ਹੈ ਤੇ ਕਿਹਾ ਜਾ ਰਿਹਾ ਹੈ ਕਿ ਜਲਦ ਤੋਂ ਜਲਦ ਜਾਣੀ ਕਿ 2021 ਦੇ ਸ਼ੁਰੂ ਦੇ ਵਿੱਚ ਜੋ ਬ੍ਰਿਟਿਸ਼ ਕੋਲੰਬੀਆ ਵਾਸੀ ਨੇ ਉਹਨਾਂ ਨੂੰ ਇਹ ਵੈਕਸੀਨ ਪਹੁੰਚ ਜਾਵੇਗੀ। ਪ੍ਰੋਵਿੰਸ਼ੀਅਲ ਹੈਲਥ ਆਫਿਸਰ ਡਾਕਟਰ ਬੋਨੀ ਹੈਨਰੀ ਨੇ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਨੂੰ ਜਨਵਰੀ 2021 ਦੇ ਸ਼ੁਰੂ ਦੇ ਵਿੱਚ ਕੋਵਿਡ-19 ਵੈਕਸੀਨ ਮਿਲੇਗੀ। ਹੈਲਥ ਮਿਨਿਸਟਰ ਐਂਡਰੀਅਨ ਡਿਕਸ ਨੇ ਕਿਹਾ ਕਿ ਜਿਵੇਂ-ਜਿਵੇਂ ਅਸੀਂ ਕੋਵਿਡ-19 ਵੈਕਸੀਨ ਬਾਰੇ ਪੋਜ਼ਿਟਿਵ ਖਬਰਾਂ ਸੁਣਦੇ ਹਾਂ ਤਾਂ ਇਸ ਦੇ ਨਾਲ ਉਮੀਦ ਜਾਗ ਰਹੀ ਹੈ। ਇਹਨਾਂ ਦੋਨਾਂ ਵੱਲੋਂ ਪ੍ਰੋਵਿੰਸ਼ੀਅਲ ਵੈਕਸੀਨੇਸ਼ਨ ਟੀਮ ਬਣਾਉਣ ਦਾ ਐਲਾਨ ਕੀਤਾ ਗਿਆ। ਇਸ ਦੀ ਅਗਵਾਈ ਡਾਕਟਰ ਰੌਸ ਬਰਾਊਨ ਵੱਲੋਂ ਕੀਤੀ ਜਾਵੇਗੀ। ਦੱਸ ਦਈਏ ਕਿ ਡਾਕਟਰ ਬਰਾਊਨ ਵੈਂਕੂਵਰ ਕੋਸਟਲ ਹੈਲਥ ਦੇ ਵਾਈਸ ਪ੍ਰੈਜ਼ੀਡੈਂਟ ਆਫ ਪੈਂਡੈਮਿਕ ਰਿਸਪੌਂਸ ਹਨ। ਹੈਨਰੀ ਨੇ ਦੱਸਿਆ ਕਿ ਇਸ ਟੀਮ ਦੇ ਵਿੱਚ ਪ੍ਰੋਵਿੰਸ਼ੀਅਲ ਆਫੀਸ਼ੀਅਲਸ ਅਤੇ ਬ੍ਰਿਟਿਸ਼ ਕੋਲੰਬੀਆ ਤੋਂ ਐਕਸਪਰਟਸ ਹੋਣਗੇ। ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਫੈਡਰਲ ਸਰਕਾਰ ਦੇ ਨਾਲ ਮਿਲ ਕੇ ਟੀਕੇ ਦੀ ਸਪਲਾਈ ਦਾ ਕੰਮ ਕਰ ਰਹੇ ਹਨ। ਓਟਪਾ ਵੱਲੋਂ 350 ਮਿਲੀਅਨ ਡੋਜ਼ਸ ਦਾ ਪ੍ਰੀ ਆਰਡਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਅਗਲੇ ਕੁਝ ਮਹੀਨਿਆਂ ਦੇ ਵਿੱਚ ਕੈਨੇਡਾ ਵਾਸੀਆਂ ਦੇ ਕੋਲ ਕੋਵਿਡ-19 ਦੀ ਵੈਕਸੀਨ ਹੋਵੇਗੀ। ਨਵੰਬਰ ਦੇ ਵਿੱਚ ਮਾਡਰਨਾ, ਫਾਈਜ਼ਰ ਅਤੇ ਐਸਟ੍ਰਾਜੈਨੇਕਾ ਵੱਲੋਂ ਆਪਣੇ ਵੈਕਸੀਨ ਬਾਰੇ ਐਲਾਨ ਕੀਤਾ ਗਿਆ, ਜਿੱਥੇ ਉਹਨਾਂ ਦਾਅਵਾ ਕੀਤਾ ਕਿ ਉਹਨਾਂ ਦੇ ਟੀਕਿਆਂ ਦੇ ਨਤੀਜੇ ਪੋਜ਼ਿਟਿਵ ਹਨ। ਇਹਨਾਂ ਤਿੰਨਾਂ ਕੰਪਨੀਆਂ ਵੱਲੋਂ ਦੱਸਿਆ ਗਿਆ ਕਿ ਫੇਜ਼ 3 ਦੇ ਟ੍ਰਾਇਲ ਦੇ ਵਿੱਚ ਵੀ ਕਾਫੀ ਜ਼ਿਆਦਾ ਪੋਜ਼ਿਟਿਵ ਰਿਜ਼ਲਟਸ ਇਹਨਾਂ ਦੇ ਵੈਕਸੀਨ ਦੇ ਦੇਖਣ ਨੂੰ ਮਿਲੇ ਨੇ। 2021 ਦੇ ਸ਼ੁਰੂ ਦੇ ਵਿੱਚ ਕੈਨੇਡਾ ਵਾਸੀਆਂ ਨੂੰ ਕੋਵਿਡ-19 ਦੀ ਵੈਕਸੀਨ ਮਿਲੇਗੀ। 3 ਮਿਲੀਅਨ ਲੋਕਾਂ ਤੱਕ ਇਸ ਦੀ ਪਹੁੰਚ ਕੀਤੀ ਜਾਏਗੀ। ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਸ ਦੇ ਲਈ ਪਲਾਨ ਜਿਹੜਾ ਹੈ ਉਸ ਨੂੰ ਵੀ ਤਿਆਰ ਕੀਤਾ ਜਾ ਰਿਹਾ ਹੈ। ਜਾਣਕਾਰੀ ਤਾਂ ਤੁਹਾਡੇ ਨਾਲ ਇਸ ਖਬਰ ਦੇ ਵਿੱਚ ਸਾਂਝੀ ਕਰਾਂਗੇ, ਪਰ ਦੱਸ ਦਈਏ ਕਿ ਜਿਹੜੀਆਂ 3 ਕੰਪਨੀਆਂ ਨੇ ਫਾਰਮਾਸਿਊਟੀਕਲ ਕੰਪਨੀਆਂ, ਉਹਨਾਂ ਵੱਲੋਂ ਇਹ ਦਾਅਵਾ ਕੀਤਾ ਗਿਆ ਕਿ ਉਹਨਾਂ ਦੀ ਕੋਵਿਡ-19 ਦੀ ਵੈਕਸੀਨ ਸੁਰੱਖਿਅਤ ਹੈ ਤੇ ਉਹਨਾਂ ਵੱਲੋਂ ਅਲੱਗ-ਅਲੱਗ ਤਰ੍ਹਾਂ ਦੇ ਇਸ ਨੂੰ ਲੈ ਕੇ ਦਾਅਵੇ ਵੀ ਕੀਤੇ ਗਏ ਨੇ। ਹਾਲ ਹੀ ਦੇ ਵਿੱਚ ਮਾਡਰਨਾ, ਫਾਈਜ਼ਰ ਤੇ ਐਸਟ੍ਰਾਜੈਨੇਕਾ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। 2021 ਦੇ ਸ਼ੁਰੂ ਦੇ ਵਿੱਚ 3 ਮਿਲੀਅਨ ਕੈਨੇਡੀਅਨਸ ਨੂੰ ਕੋਵਿਡ-19 ਦਾ ਵੈਕਸੀਨ ਲਗਾਇਆ ਜਾਵੇਗਾ, ਪਰ ਫੈਡਸ ਨੇ ਇਸ ਦੇ ਲਈ ਲੌਜਿਸਟੀਕਲ ਚੈਲੰਜਸ ਦੀ ਚੇਤਾਵਨੀ ਦਿੱਤੀ ਹੈ। ਫੈਡਰਲ ਸਰਕਾਰ ਨੇ ਕੈਨੇਡੀਅਨਸ ਨੂੰ ਭਰੋਸਾ ਦਿਵਾਇਆ ਕਿ ਓਟਵਾ ਕੋਲ 2021 ਦੇ ਸ਼ੁਰੂ ਦੇ ਵਿੱਚ ਟੀਕੇ ਖਰੀਦ ਕਰਨ ਤੇ ਵੰਡਣ ਦੀ ਯੋਜਨਾ ਹੈ। ਦੱਸੀਏ ਕਿ ਕੈਨੇਡੀਅਨ ਸਰਕਾਰ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਕਿ ਟੀਕੇ ਦੇ ਮਾਮਲੇ ਦੇ ਵਿੱਚ ਕੈਨੇਡਾ ਬਾਕੀ ਦੇਸ਼ਾਂ ਨਾਲੋਂ ਪਿੱਛੇ ਕਿਉਂ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹੈਲਥ ਕੈਨੇਡਾ ਕਲੀਨਿਕਲ ਟ੍ਰਾਇਲਸ ਨੂੰ ਰਿਵਿਊ ਕਰ ਰਿਹਾ ਹੈ। ਸਰਕਾਰ ਵੱਲੋਂ ਕੋਵਿਡ ਵੈਕਸੀਨ ਦੀ ਖਰੀਦ ਦੇ ਲਈ ਪਰਚੇਜ਼ ਐਗਰੀਮੈਂਟ ਦੇ ਉੱਪਰ ਸਾਈਨ ਕੀਤੇ ਗਏ ਹਨ। ਅਜੇ ਵੈਕਸੀਨ ਦੀ ਡਿਸਟ੍ਰੀਬਿਊਸ਼ਨ ਦੇ ਵਿੱਚ ਕਈ ਤਰ੍ਹਾਂ ਦੀਆਂ ਅਨਸਰਟੇਨਿਟੀਜ਼ ਨੇ। ਨਜੂ ਨੇ ਚੇਤਾਵਨੀ ਦਿੱਤੀ ਹੈ ਕਿ ਟੀਕੇ ਦੀ ਪਹਿਲੀ ਸਪਲਾਈ ਕਾਫੀ ਲਿਮਿਟਡ ਹੋਵੇਗੀ। ਇਸ ਨੂੰ ਹਾਈ ਪ੍ਰਾਇਓਰਿਟੀਜ਼ ਗਰੁੱਪਸ ਨੂੰ ਪਹਿਲਾਂ ਦਿੱਤਾ ਜਾਵੇਗਾ। ਇਸ ਦੇ ਵਿੱਚ ਬਜ਼ੁਰਗ, ਗੰਭੀਰ ਬਿਮਾਰੀ ਵਾਲੇ ਅਤੇ ਹੈਲਥ ਵਰਕਰਸ ਸ਼ਾਮਿਲ ਨੇ, ਜਿਨ੍ਹਾਂ ਨੂੰ ਸਭ ਤੋਂ ਪਹਿਲਾਂ ਕੋਵਿਡ-19 ਦਾ ਇਹ ਟੀਕਾ ਜਾਣੀ ਕਿ ਵੈਕਸੀਨ ਲਗਾਇਆ ਜਾਏਗਾ। Same time. So Health Canada, on the regulatory side, we're doing our review. The companies that have already finished their clinical trials are working to do their manufacturing. And the really complicated part of the vaccine manufacturing process is when they're doing that scale-up, and they're doing that now. So there's often issues that come up during that scale-up time. And then it's the matter of, what their volumes are going to be and which volumes are going to which country. So all of that is being determined
as we speak. And I think it's really challenging for anyone, regardless of where they are in the world, to commit to the exact dates because, as we said, all of that's happening at the same time. So we're talking about January in terms of getting our first shipments in. If everything goes well and if it goes smoothly, they might be earlier. If there are hiccups or something else happens in the manufacturing process or the distribution process, it may be a bit later. And that's just why we're having, it's really difficult to kind of pinpoint those dates. And for people that are saying specific dates, I think that's great that they've got the confidence in those numbers. But from what we're seeing, there really are a lot of moving parts. We don't want to set up expectations that we may not be able to meet. But at the same time, we're working flat out across. I mean, we've got obviously Health Canada, FAC, our colleagues in PSPC and ISET all working together. But it also has to be in that environment where the provinces and territories have to be ready to receive those shipments and to go out and do those vaccinations. And those conversations are happening as well. So that's why we're saying, it's looking like we'll get to our regulatory review and our decision, which is a very key point in this whole process, around the same time as the other regulators. And then we're going to have to figure out all of those shipments. If any one country got their full allotment of vaccine all at the same time, they would not be able to distribute that, right? So we're just looking at what we can get in. As Dr. New has said, we're looking at the numbers that we'll get in. Initially, get the priority groups vaccinated, and then see what else is coming down the pike, which may be more of these vaccines, which we think, but it also could be other vaccines that come in as well. So that's why it's just complicated to be very specific. But I think in the general timelines of authorizations around December, and then getting their shipments in January and getting those moving in January are sort of the best we have to offer at this point in time. ਮਹਿੰਗੀਆਂ ਗੱਡੀਆਂ ਰੱਖਣ ਵਾਲੇ ਹੁਣ ਸਾਵਧਾਨ ਹੋ ਜਾਣ ਕਿਉਂਕਿ ਮਿਸੀਸਾਗਾ ਤੋਂ ਇੱਕ ਅਜਿਹੀ ਹੀ ਖਬਰ ਸਾਹਮਣੇ ਆਈ ਹੈ ਜਿੱਥੇ ਜੋ ਇੱਕ ਗਿਰੋਹ ਹੈ ਜਾਨੀ ਕਿ ਗਰੁੱਪ ਹੈ ਉਹਨਾਂ ਵੱਲੋਂ ਮਹਿੰਗੀਆਂ ਗੱਡੀਆਂ ਲਗਜ਼ਰੀ ਗੱਡੀਆਂ ਉਹਨਾਂ ਨੂੰ ਚੋਰੀ ਕੀਤਾ ਜਾ ਰਿਹਾ ਹੈ। ਮਿਸੀਸਾਗਾ ਦੀ ਜੇਕਰ ਗੱਲ ਕਰੀਏ ਤਾਂ ਇੱਥੇ ਹੁਣ ਤੱਕ ਕਈ ਅਜਿਹੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ। ਖਬਰ ਕੈਨੇਡਾ ਦੇ ਮਿਸੀਸਾਗਾ ਤੋਂ ਸਾਹਮਣੇ ਆਈ ਜਿੱਥੇ ਮਹਿੰਗੀਆਂ ਗੱਡੀਆਂ ਚੋਰੀ ਕਰਨ ਦੇ ਮਾਮਲੇ ਦੇ ਵਿੱਚ ਓਨਟਾਰੀਓ ਦੇ ਪੀਲ ਪੁਲਿਸ ਨੇ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਦੱਸੀਏ ਕਿ ਮਿਸੀਸਾਗਾ ਦੇ ਵਿੱਚ ਇਸ ਵੇਲੇ ਮਹਿੰਗੀਆਂ ਗੱਡੀਆਂ ਚੋਰੀ ਹੋਣ ਦੀਆਂ ਘਟਨਾਵਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਪੀਲ ਪੁਲਿਸ ਦੀ 11 ਡਿਵੀਜ਼ਨ ਆਟੋ ਥੈਫਟ ਯੂਨਿਟ ਦੇ ਜਾਂਚਕਰਤਾਵਾਂ ਨੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਦੱਸਿਆ ਕਿ ਮਿਸੀਸਾਗਾ ਦੇ ਵਿੱਚ ਬੀਤੇ ਅਕਤੂਬਰ ਮਹੀਨੇ ਤੋਂ ਲੈ ਕੇ ਹੁਣ ਤੱਕ ਲਗਭਗ 80 ਮਹਿੰਗੀਆਂ ਗੱਡੀਆਂ ਚੋਰੀ ਹੋ ਚੁੱਕੀਆਂ ਨੇ, ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਲੈਕਸਸ RX ਅਤੇ ਟੋਇਟਾ ਹਾਈਲੈਂਡਰ ਮਾਡਲ ਦੀਆਂ ਗੱਡੀਆਂ ਸ਼ਾਮਲ ਹਨ। ਹੋਰ ਜ਼ਿਆਦਾਤਰ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਇਹਨਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਪੁਲਿਸ ਵੱਲੋਂ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੂੰ ਚੋਰਾਂ ਕੋਲੋਂ ਗੱਡੀਆਂ ਦੀਆਂ ਚਾਬੀਆਂ ਦਾ ਗੁੱਛਾ ਵੀ ਬਰਾਮਦ ਹੋਇਆ ਹੈ, ਜਿਸ ਦੇ ਨਾਲ ਉਹ ਗੱਡੀਆਂ ਨੂੰ ਚਾਬੀ ਲਾ ਕੇ ਗੱਡੀ ਲੈ ਕੇ ਫਰਾਰ ਹੋ ਜਾਂਦੇ ਸਨ। ਪੁਲਿਸ ਨੇ 18 ਸਾਲਾ ਅਰਜਾਨ ਖਾਨ ਵਾਸੀ ਮੌਂਟਰੀਅਲ, 20 ਸਾਲਾ ਡੈਰਿਕ ਕਰੂਜ਼ ਵਾਸੀ ਮੌਂਟਰੀਅਲ, 21 ਸਾਲਾ ਕਾਰਲੋਸ ਅਪੋਟੀ ਮਾਜੀਆ ਵਾਸੀ ਮੌਂਟਰੀਅਲ ਅਤੇ ਕਿਊਬੈਕ ਦੇ ਸ਼ਹਿਰ ਲੌਂਗਈਲ ਦੇ ਵਾਸੀ ਇੱਕ 17 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਨਾਬਾਲਗ ਹੋਣ ਦੇ ਕਾਰਨ ਇਸ ਨੌਜਵਾਨ ਦਾ ਨਾਮ ਜਨਤਕ ਨਹੀਂ ਕੀਤਾ ਗਿਆ। ਬਾਕੀ 3 ਦੋਸ਼ੀਆਂ ਨੂੰ ਬ੍ਰੈਂਪਟਨ ਦੀ ਓਨਟਾਰੀਓ ਕੋਰਟ ਆਫ ਜਸਟਿਸ ਦੇ ਵਿੱਚ ਪੇਸ਼ ਕੀਤਾ ਗਿਆ ਸੀ, ਜਦਕਿ ਕਾਰਲੋਸ ਅਪੋਟੀ ਮਾਜੀਆ ਨੂੰ 5 ਫਰਵਰੀ 2021 ਨੂੰ ਇਸੇ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ। ਫਿਲਹਾਲ ਉਸ ਨੂੰ ਰਿਹਾ ਕਰ ਦਿੱਤਾ ਗਿਆ ਹੈ। ਪੀਲ ਪੁਲਿਸ ਨੇ ਬੀਤੇ ਦਿਨੀ ਮਹਿੰਗੀਆਂ ਗੱਡੀਆਂ ਦੇ ਮਾਲਕਾਂ, ਖਾਸ ਤੌਰ ਦੇ ਉੱਪਰ ਲੈਕਸਸ RX ਅਤੇ ਟੋਇਟਾ ਹਾਈਲੈਂਡਰ ਮਾਡਲ ਦੀਆਂ ਗੱਡੀਆਂ ਰੱਖਣ ਵਾਲੇ ਲੋਕਾਂ ਨੂੰ ਜਾਗਰੂਕ ਕੀਤਾ ਹੈ ਤੇ ਉਹਨਾਂ ਨੂੰ ਕਿਹਾ ਹੈ ਕਿ ਚੌਕਸ ਰਹਿਣ। ਭਾਰਤ ਦੇ ਵਿੱਚ ਕੈਨੇਡਾ ਵੀਜ਼ਾ ਕੇਂਦਰ ਖੋਲ੍ਹ ਦਿੱਤੇ ਗਏ ਨੇ। ਜਿਹੜੇ ਰਹਿੰਦੇ ਸੀ ਉਹਨਾਂ ਵੀਜ਼ਾ ਕੇਂਦਰਾਂ ਨੂੰ ਵੀ ਭਾਰਤ ਦੇ ਵਿੱਚ 20 ਨਵੰਬਰ ਨੂੰ ਖੋਲ੍ਹ ਦਿੱਤਾ ਗਿਆ। ਇਸ ਖਬਰ ਦੇ ਵਿੱਚ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੌਣ ਜਿਹੜੇ ਨੇ ਉਹ ਪਹਿਲ ਦੇ ਆਧਾਰ ਦੇ ਉੱਪਰ ਜਾ ਸਕਦੇ ਨੇ, ਕਿਹਨਾਂ ਨੂੰ ਤਰਜੀਹ ਦਿੱਤੀ ਜਾਏਗੀ ਜਿਹੜੇ ਪਹਿਲਾਂ ਕੈਨੇਡਾ ਜਾ ਸਕਦੇ ਨੇ। ਕੈਨੇਡਾ ਵੀਜ਼ਾ ਸਰਵਿਸਿਜ਼ ਸੈਂਟਰ ਇੰਡੀਆ ਦੇ ਵਿੱਚ ਦੁਬਾਰਾ ਖੁੱਲ੍ਹ ਚੁੱਕੇ ਹਨ। ਇਹਨਾਂ ਦੁਬਾਰਾ ਖੁੱਲ੍ਹੇ VACs ਦੇ ਵਿੱਚ ਸਟੱਡੀ ਪਰਮਿਟ ਅਤੇ ਫੈਮਿਲੀ ਸਪਾਂਸਰਸ਼ਿਪ ਐਪਲੀਕੈਂਟਸ ਆਪਣੇ ਬਾਇਓਮੈਟ੍ਰਿਕਸ ਜਮ੍ਹਾਂ ਕਰਵਾ ਸਕਦੇ ਹਨ। 4 ਹੋਰ ਸੈਂਟਰਸ ਨਵੰਬਰ 20 ਨੂੰ ਖੋਲ੍ਹ ਦਿੱਤੇ ਗਏ ਸਨ। ਹੁਣ VACs ਅਹਿਮਦਾਬਾਦ, ਬੈਂਗਲੁਰੂ, ਚੰਡੀਗੜ੍ਹ, ਚੇਨਈ, ਹੈਦਰਾਬਾਦ, ਜਲੰਧਰ, ਕੋਲਕਾਤਾ, ਮੁੰਬਈ, ਨਿਊ ਦਿੱਲੀ ਅਤੇ ਪੁਣੇ ਦੇ ਵਿੱਚ ਖੁੱਲ੍ਹੇ ਹੋਏ ਹਨ। ਜੋ ਡੈਜ਼ੀਨੇਟਿਡ ਲਰਨਿੰਗ ਇੰਸਟੀਟਿਊਟਸ 'ਚੋਂ ਪੜ੍ਹਾਈ ਕਰਨ ਆ ਰਹੇ ਹਨ ਜਾਂ ਫਿਰ PRS ਸਪਾਊਸ, ਕਾਮਨ ਲਾਅ ਪਾਰਟਨਰ ਜਾਂ ਫਿਰ ਡਿਪੈਂਡੈਂਟ ਚਾਈਲਡ ਹਨ, ਉਹਨਾਂ ਨੂੰ ਤਰਜੀਹ ਦਿੱਤੀ ਜਾਵੇਗੀ। ਅਪਾਇੰਟਮੈਂਟ ਬੁੱਕ ਕਰਨ ਦੇ ਲਈ ਕਲਾਇੰਟ ਨੂੰ VAC ਵੈਬਸਾਈਟ ਤੇ ਜਾ ਕੇ ਆਨਲਾਈਨ ਵੈਬ ਫਾਰਮ ਨੂੰ ਐਡਵਾਂਸ ਦੇ ਵਿੱਚ ਭਰਨਾ ਹੋਵੇਗਾ। ਫਿਲਹਾਲ ਇਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਭਾਰਤੀ ਕਲਾਇੰਟ VAC ਦੇ ਵਿੱਚ ਪੇਪਰ ਐਪਲੀਕੇਸ਼ਨਸ ਨਹੀਂ ਜਮ੍ਹਾਂ ਕਰਵਾ ਸਕਦੇ।
ਸਟੱਡੀ ਪਰਮਿਟ ਜਾਂ ਫੈਮਿਲੀ ਕਲਾਸ ਬਿਨਾਂ ਐਪਲੀਕੇਸ਼ਨ ਦੇ ਲਈ ਬਾਇਓਮੈਟ੍ਰਿਕ ਵੀ ਨਹੀਂ ਐਨਰੋਲ ਕਰ ਸਕਦੇ। 2-ਵੇ ਕੁਰੀਅਰ ਸਰਵਿਸ ਉਹਨਾਂ ਵਾਸਤੇ ਅਵੇਲੇਬਲ ਹੈ ਜੋ ਪਾਸਪੋਰਟ ਜਮ੍ਹਾਂ ਕਰਵਾਉਣਾ ਚਾਹੁੰਦੇ ਹਨ। ਜਿਹੜੇ ਵੀ ਵਿਦਿਆਰਥੀਆਂ ਨੇ ਕੈਨੇਡਾ ਦੇ ਵਿੱਚ ਪੜ੍ਹਾਈ ਕਰਨ ਆਉਣਾ ਹੈ ਉਹਨਾਂ ਕੋਲ ਵੈਲਿਡ ਸਟੱਡੀ ਪਰਮਿਟ ਹੋਣਾ ਚਾਹੀਦਾ ਹੈ। ਬਾਇਓਮੈਟ੍ਰਿਕਸ ਦੇ ਵਿੱਚ ਫੋਰਨ ਨੈਸ਼ਨਲਸ ਦੇ ਫਿੰਗਰਪ੍ਰਿੰਟਸ, ਫੋਟੋਗ੍ਰਾਫ ਸ਼ਾਮਲ ਹਨ। ਦੱਸ ਦਈਏ ਕਿ ਕੈਨੇਡੀਅਨ ਇਮੀਗ੍ਰੈਂਟਸ ਦਾ ਮੇਨ ਸੋਰਸ ਇੰਡੀਆ ਹੈ। ਪਿਛਲੇ ਸਾਲ 85,000 ਇੰਡੀਅਨਸ ਇਮੀਗ੍ਰੈਂਟਸ ਦੇ ਤੌਰ ਦੇ ਉੱਪਰ ਕੈਨੇਡਾ ਆਏ। ਕੈਨੇਡਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਕਸਟਮਰ ਹੋਟਲ ਦੇ ਵਿੱਚ ਖਾਣਾ ਖਾਣ ਆਉਂਦਾ ਹੈ, ਉਸ ਨੂੰ ਮਾਸਕ ਪਾਉਣ ਲਈ ਕਿਹਾ ਜਾਂਦਾ ਹੈ ਪਰ ਉਹ ਅੱਗੇ ਝਗੜਾ ਕਰਨਾ ਸ਼ੁਰੂ ਕਰ ਦਿੰਦਾ ਹੈ ਤੇ ਜੋ ਉੱਥੇ ਕੰਮ ਕਰਨ ਵਾਲੀ ਕਰਮਚਾਰੀ ਹੈ ਉਸ ਦੇ ਉੱਪਰ ਉਸਨੇ ਥੁੱਕ ਸੁੱਟ ਦਿੱਤਾ, ਜਿਸ ਤੋਂ ਬਾਅਦ ਉਸ ਨੂੰ ਦਿਲ ਦੇ ਵਿੱਚ ਦਰਦ ਹੋਇਆ, ਜਾਣੀ ਉਸ ਨੂੰ ਦਿਲ ਦਾ ਦੌਰਾ ਪੈ ਗਿਆ। ਹਸਪਤਾਲ ਦੇ ਵਿੱਚ ਉਸ ਨੂੰ ਲਿਜਾਇਆ ਗਿਆ। ਸੋ ਇਸ ਵਿਅਕਤੀ ਨੂੰ ਪੁਲਿਸ ਵੱਲੋਂ ਹਿਰਾਸਤ ਦੇ ਵਿੱਚ ਤਾਂ ਲੈ ਲਿਆ ਗਿਆ ਹੈ, ਅਜੇ ਉਸ ਦਾ ਨਾਮ ਜਿਹੜਾ ਹੈ ਜਨਤਕ ਨਹੀਂ ਕੀਤਾ ਗਿਆ। ਨਾਲ ਦੀ ਨਾਲ ਪੁਲਿਸ ਨੇ ਇਸ ਸਭ ਨੂੰ ਜੋ ਕਿਹਾ ਹੈ ਉਹਨਾਂ ਵੱਲੋਂ ਸੁਨੇਹਾ ਦਿੱਤਾ ਗਿਆ ਕਿ ਅਜਿਹਾ ਕੁਝ ਵੀ ਨਾ ਕੀਤਾ ਜਾਵੇ ਜਿਸ ਦੇ ਨਾਲ ਕਿਸੇ ਦੀ ਜਾਨ ਨੂੰ ਖਤਰਾ ਪੈ ਜਾਵੇ। ਖਬਰ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਤੋਂ ਸਾਹਮਣੇ ਆਈ ਜਿੱਥੇ ਇੱਕ ਹੋਟਲ ਦੇ ਵਿੱਚ ਇੱਕ ਵਿਅਕਤੀ ਬਿਨਾਂ ਮਾਸਕ ਪਾਏ ਆ ਗਿਆ ਅਤੇ ਜਦੋਂ ਉਸ ਨੂੰ ਮਾਸਕ ਪਾਉਣ ਦੇ ਲਈ ਕਿਹਾ ਗਿਆ ਤਾਂ ਉਸਨੇ ਅੱਗਿਓਂ ਲੜਾਈ ਕਰਨੀ ਸ਼ੁਰੂ ਕਰ ਦਿੱਤੀ। ਉਸ ਨੂੰ ਮਾਸਕ ਪਾਉਣ ਦੇ ਲਈ ਕਿਹਾ ਗਿਆ ਤੇ ਉਹ ਵਿਅਕਤੀ ਇਸ ਗੱਲ ਤੋਂ ਖਿੱਚ ਗਿਆ। ਇੱਥੋਂ ਦੇ ਮੈਨੇਜਰ ਨੇ ਕਿਹਾ ਕਿ ਜੇਕਰ ਉਹ ਮਾਸਕ ਲਿਆਉਣਾ ਭੁੱਲ ਗਿਆ ਹੈ ਤਾਂ ਉਹ ਉਹਨਾਂ ਕੋਲੋਂ ਲੈ ਸਕਦਾ ਹੈ, ਜਾਣੀ ਕਿ ਉਹ ਉਸ ਨੂੰ ਮਾਸਕ ਦੇ ਸਕਦੇ ਨੇ। ਇਸ ਦੌਰਾਨ ਉੱਥੇ ਕੰਮ ਕਰਨ ਵਾਲੀ ਕਰਮਚਾਰੀ ਨੇ ਉਸ ਵਿਅਕਤੀ ਨੂੰ ਸਮਝਾਇਆ ਪਰ ਉਸਨੇ ਉਸ ਕਰਮਚਾਰੀ ਦੇ ਉੱਪਰ ਹੀ ਥੁੱਕ ਦਿੱਤਾ। ਇਸ ਤੋਂ ਬਾਅਦ ਹੋਇਆ ਇਹ ਕਿ ਇਸ ਕਰਮਚਾਰੀ ਨੂੰ ਦਿਲ ਦੇ ਵਿੱਚ ਦਰਦ ਸ਼ੁਰੂ ਹੋ ਗਿਆ ਅਤੇ ਉਸ ਨੂੰ ਦਿਲ ਦਾ ਦੌਰਾ ਪੈ ਗਿਆ। ਹਸਪਤਾਲ ਦੇ ਵਿੱਚ ਉਸ ਨੂੰ ਦਾਖਲ ਕਰਵਾਇਆ ਗਿਆ। ਪੁਲਿਸ ਨੇ ਉਸ ਵਿਅਕਤੀ ਦਾ ਨਾਮ ਹਾਲੇ ਤੱਕ ਸਾਂਝਾ ਨਹੀਂ ਕੀਤਾ ਅਤੇ ਨਾ ਹੀ ਅਜੇ ਇਹ ਪਤਾ ਲੱਗਾ ਹੈ ਕਿ ਉਸ ਤੇ ਕਿਹੜੇ ਦੋਸ਼ ਲਗਾਏ ਗਏ ਹਨ। ਫਿਲਹਾਲ ਦੋਸ਼ੀ ਵਿਅਕਤੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ ਤੇ ਉਸ ਨੂੰ ਅਗਲੇ ਸਾਲ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਕਈ ਲੋਕਾਂ ਨੂੰ ਜਦ ਮਾਸਕ ਪਾਉਣ ਦੇ ਲਈ ਕਿਹਾ ਜਾਂਦਾ ਹੈ ਤੇ ਉਹ ਖਿੱਚ ਜਾਂਦੇ ਹਨ, ਪਰ ਇਸ ਦਾ ਮਤਲਬ ਇਹ ਨਹੀਂ ਕਿ ਦੂਜੇ ਵਿਅਕਤੀ ਨੂੰ ਜਾਨ ਦਾ ਖਤਰਾ ਪਾ ਦੇਣ। ਸਭ ਨੂੰ ਵਾਰ-ਵਾਰ ਕਿਹਾ ਗਿਆ ਕਿ ਉਹ ਘਰੋਂ ਬਾਹਰ ਨਿਕਲਣ ਸਮੇਂ ਮਾਸਕ ਲਗਾਉਣ ਅਤੇ ਜੇਕਰ ਉਹਨਾਂ ਨੂੰ ਕੋਈ ਪਰੇਸ਼ਾਨੀ ਹੈ ਤਾਂ ਉਹ ਇਸ ਬਾਰੇ ਦੱਸਣ, ਪਰ ਗਲਤ ਕਦਮ ਚੱਕ ਲੈਣਾ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ। ਕੈਲੀਫੋਰਨੀਆ ਪ੍ਰਸ਼ਾਸਨ ਦੀ ਇੱਕ ਲਾਪਰਵਾਹੀ ਸਾਹਮਣੇ ਆਈ ਹੈ ਜਿੱਥੇ 20,000 ਕੈਦੀਆਂ ਨੂੰ ਹੀ ਉਹਨਾਂ ਵੱਲੋਂ ਅਨਇੰਪਲੋਇਮੈਂਟ ਬੈਨੀਫਿਟ ਦੇ ਦਿੱਤਾ ਗਿਆ। ਬਾਕੀ ਜਿਹੜੀ ਜਾਣਕਾਰੀ ਹੈ ਤੁਹਾਡੇ ਨਾਲ ਇਸ ਖਬਰ ਦੇ ਵਿੱਚ ਡਿਟੇਲ 'ਚ ਸਾਂਝੀ ਕਰਾਂਗੇ। ਕੈਲੀਫੋਰਨੀਆ ਤੋਂ ਪ੍ਰਸ਼ਾਸਨ ਦੀ ਨੈਗਲੀਜੈਂਸ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ 20,000 ਕੈਦੀਆਂ ਨੂੰ ਅਨਇੰਪਲੋਇਮੈਂਟ ਬੈਨੀਫਿਟ ਦਿੱਤਾ ਗਿਆ। ਕੈਲੀਫੋਰਨੀਆ ਦੇ ਵਿੱਚ ਅਨਇੰਪਲੋਇਮੈਂਟ ਬੈਨੀਫਿਟ ਦੇ ਪੇਮੈਂਟ ਕਰਨ ਦੇ ਵਿੱਚ ਪ੍ਰਸ਼ਾਸਨ ਦੀ ਨਿਰਾਸ਼ਾਜਨਕ ਅਤੇ ਨੈਗਲੀਜੈਂਸ ਭਰੀ ਕਾਰਗੁਜ਼ਾਰੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਸੂਬੇ ਨੇ ਘੱਟੋ-ਘੱਟ 20,000 ਕੈਦੀਆਂ ਦੇ ਲਈ $140 ਮਿਲੀਅਨ ਤੋਂ ਵੱਧ ਦੀ ਪ੍ਰਵਾਨਗੀ ਦੇ ਦਿੱਤੀ। ਇਸ ਬਾਰੇ ਸਥਾਨਕ ਅਤੇ ਫੈਡਰਲ ਸਰਕਾਰੀ ਵਕੀਲਾਂ ਨੇ ਇੱਕ ਅਜਿਹੀ ਪਲਾਨ ਦਾ ਡਿਸਕ੍ਰਿਪਸ਼ਨ ਦਿੱਤਾ ਜਿਸ ਦੇ ਰਿਜ਼ਲਟ ਵਜੋਂ ਸਕਾਟ ਪੀਟਰਸਨ ਅਤੇ ਹੋਰ ਦੋਸ਼ੀ ਕਾਤਲਾਂ ਦੇ ਨਾਮ ਵੀ ਬੈਨੀਫਿਟ ਦੇ ਵਿੱਚ ਸ਼ਾਮਲ ਕੀਤੇ ਗਏ ਹਨ। ਸੈਕਰਾਮੈਂਟੋ ਕਾਉਂਟੀ ਦੇ ਜ਼ਿਲ੍ਹਾ ਅਟਾਰਨੀ ਐਨ ਮੈਰੀ ਸ਼ੂਬਰਟ ਦੇ ਅਨੁਸਾਰ ਮਾਰਚ ਤੋਂ ਅਗਸਤ ਤੱਕ ਕੈਲੀਫੋਰਨੀਆ ਦੇ ਰੁਜ਼ਗਾਰ ਵਿਕਾਸ ਵਿਭਾਗ ਦੇ ਵਿੱਚ ਦਾਇਰ ਕੀਤੇ ਦਾਅਵਿਆਂ ਵਿੱਚ 35,000 ਤੋਂ ਵੱਧ ਕੈਦੀਆਂ ਦੇ ਨਾਮ ਹਨ, ਜਿਨ੍ਹਾਂ ਵਿੱਚੋਂ 20,000 ਤੋਂ ਵੱਧ ਪੇਮੈਂਟ ਕੀਤੇ ਜਾ ਰਹੇ ਨੇ। ਮੌਤ ਦੀ ਸਜ਼ਾ ਪਾਉਣ ਵਾਲੇ 133 ਕੈਦੀਆਂ ਦੇ ਲਈ ਘੱਟੋ-ਘੱਟ 158 ਦਾਅਵੇ ਦਾਇਰ ਕੀਤੇ ਗਏ ਹਨ, ਜਾਣੀ ਕਿ ਫਾਈਲ ਕੀਤੇ ਗਏ ਹਨ। ਇਸ ਦੇ ਨਤੀਜੇ ਵਜੋਂ $4,20,000 ਤੋਂ ਵੱਧ ਦਾ ਭੁਗਤਾਨ ਜਾਣੀ ਕਿ ਪੇਮੈਂਟ ਕੀਤਾ ਗਿਆ ਹੈ। ਇਹਨਾਂ ਕੈਦੀਆਂ ਦੇ ਵਿੱਚ ਬੱਚਿਆਂ ਦੇ ਨਾਲ ਛੇੜਛਾੜ, ਮਨੁੱਖੀ ਤਸਕਰੀ ਅਤੇ ਸਟੇਟ ਦੀਆਂ ਜੇਲ੍ਹਾਂ ਦੇ ਵਿੱਚ ਹੋਰ ਹਿੰਸਕ ਅਪਰਾਧੀ ਸ਼ਾਮਲ ਹਨ। ਇਸ ਸੂਚੀ ਦੇ ਵਿੱਚ ਪੀਟਰਸਨ ਵੀ ਸ਼ਾਮਲ ਹੈ, ਜਿਸ ਨੂੰ ਆਪਣੀ ਗਰਭਵਤੀ ਪਤਨੀ ਦੀ ਹੱਤਿਆ ਦੇ ਦੋਸ਼ੀ ਹੋਣ ਤੋਂ ਬਾਅਦ ਮੌਤ ਦੀ ਸਜ਼ਾ ਸੁਣਾਈ ਗਈ ਸੀ। ਕੈਲੀਫੋਰਨੀਆ ਦੀ ਸੁਪਰੀਮ ਕੋਰਟ ਨੇ ਹਾਲ ਹੀ ਦੇ ਵਿੱਚ ਪੀਟਰਸਨ ਦੀ ਮੌਤ ਦੀ ਸਜ਼ਾ ਨੂੰ ਪਲਟਾ ਕੇ ਹੇਠਲੀ ਅਦਾਲਤ ਨੂੰ ਰਿਵਿਊ ਕਰਨ ਦਾ ਹੁਕਮ ਦਿੱਤਾ ਹੈ। ਇਸ ਮਾਮਲੇ ਦੇ ਵਿੱਚ ਪੀਟਰਸਨ ਦੇ ਵਕੀਲ ਪੈਟ ਹੈਰਿਸ ਅਨੁਸਾਰ ਇਸ ਗੱਲ ਦਾ ਕੋਈ ਵੀ ਸਬੂਤ ਨਹੀਂ ਹੈ ਕਿ ਪੀਟਰਸਨ ਨੂੰ ਸਟੇਟ ਤੋਂ ਬੇਰੁਜ਼ਗਾਰੀ ਸਹਾਇਤਾ ਮਿਲੀ ਹੈ। ਕੈਨੇਡਾ ਸਰਕਾਰ ਵੱਲੋਂ ਲਗਾਤਾਰ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ 2021 ਦੀ ਸ਼ੁਰੂਆਤ ਦੇ ਵਿੱਚ ਕੈਨੇਡਾ ਵਾਸੀਆਂ ਨੂੰ ਕੋਵਿਡ-19 ਦੀ ਵੈਕਸੀਨ ਮਿਲ ਜਾਵੇਗੀ, ਪਰ ਅਜਿਹੇ ਦੇ ਵਿੱਚ ਹੁਣ ਵਿਰੋਧੀਆਂ ਦੇ ਨਿਸ਼ਾਨੇ ਦੇ ਉੱਪਰ ਆ ਗਈ ਹੈ ਕੈਨੇਡਾ ਸਰਕਾਰ, ਕਿਉਂਕਿ ਉਹਨਾਂ ਵੱਲੋਂ ਕਈ ਤਰ੍ਹਾਂ ਦੇ ਸਵਾਲ ਪੁੱਛੇ ਜਾ ਰਹੇ ਨੇ। ਇੱਕ ਸਵਾਲ ਉਹਨਾਂ ਵੱਲੋਂ ਇਹ ਪੁੱਛਿਆ ਜਾ ਰਿਹਾ ਹੈ ਕਿ ਆਖਿਰਕਾਰ ਕੈਨੇਡਾ ਵੱਲੋਂ ਖੁਦ ਦੀ ਵੈਕਸੀਨ ਕਿਉਂ ਨਹੀਂ ਤਿਆਰ ਕੀਤੀ ਗਈ, ਤੇ ਦੂਜਾ ਸਵਾਲ ਉਹਨਾਂ ਵੱਲੋਂ ਇਹ ਪੁੱਛਿਆ ਜਾ ਰਿਹਾ ਹੈ ਕਿ ਬਾਕੀ ਜਿਹੜੇ ਦੇਸ਼ ਨੇ ਉਹਨਾਂ ਨਾਲੋਂ ਕੈਨੇਡਾ ਇਹ ਕੋਵਿਡ-19 ਦੀ ਵੈਕਸੀਨ ਲੈਣ ਤੋਂ ਪਿੱਛੇ ਕਿਉਂ ਹੈ। ਬਾਕੀ ਜਾਣਕਾਰੀ ਲਈ ਤੁਸੀਂ ਇਹ ਵੇਖੋ ਖਬਰ।
ਕੋਵਿਡ-19 ਵੈਕਸੀਨ ਨੂੰ ਲੈ ਕੇ ਵਿਰੋਧੀ ਧਿਰਾਂ ਦੇ ਸਵਾਲਾਂ ਦੇ ਵਿੱਚ ਕੈਨੇਡਾ ਸਰਕਾਰ ਘਿਰੀ ਹੈ। ਬਾਕੀ ਵਿਸ਼ਵ ਦੇ ਵਾਂਗ ਕੈਨੇਡਾ ਦੇ ਵਿੱਚ ਵੀ ਕੋਵਿਡ ਵੈਕਸੀਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਕੈਨੇਡਾ ਸਰਕਾਰ ਵੱਲੋਂ ਇਹ ਕਿਹਾ ਗਿਆ ਕਿ ਜਲਦ ਹੀ ਦੇਸ਼ ਵਾਸੀਆਂ ਨੂੰ ਇਹ ਟੀਕਾ ਮਿਲੇਗਾ। ਕੈਨੇਡਾ ਸਰਕਾਰ ਜਨਵਰੀ 2021 ਦੀ ਉਡੀਕ ਕਰ ਰਹੀ ਹੈ, ਜਦ ਕੈਨੇਡਾ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਦਾ ਟੀਕਾ ਲੱਗੇਗਾ। ਵਿਰੋਧੀ ਧਿਰਾਂ ਨੇ ਸਰਕਾਰ ਨੂੰ ਇਸ ਗੱਲ ਦੇ ਉੱਪਰ ਘੇਰਿਆ ਹੈ। ਉਹਨਾਂ ਨੇ ਪੁੱਛਿਆ ਕਿ ਕੈਨੇਡਾ ਨੂੰ ਇੰਨੀ ਦੇਰ ਬਾਅਦ ਟੀਕਾ ਕਿਉਂ ਮਿਲੇਗਾ, ਆਖਿਰ ਇਸ ਵਾਸਤੇ ਇੰਨੀ ਡਿਲੇ ਕਿਉਂ ਹੋ ਰਹੀ ਹੈ। ਇਹ ਵੀ ਸਵਾਲ ਖੜੇ ਹੋ ਰਹੇ ਹਨ ਕਿ ਕੈਨੇਡਾ ਨੇ ਆਪ ਕੋਰੋਨਾ ਦਾ ਟੀਕਾ ਕਿਉਂ ਨਹੀਂ ਬਣਾਇਆ। ਜਨਵਰੀ 2021 ਦੇ ਵਿੱਚ ਭਾਵ ਅਗਲੇ ਸਾਲ ਦੀ ਸ਼ੁਰੂਆਤ ਤੋਂ ਹੀ ਕੈਨੇਡਾ ਦੇ ਲੋਕਾਂ ਨੂੰ ਕੋਵਿਡ-19 ਦਾ ਟੀਕਾ ਮਿਲਣਾ ਸ਼ੁਰੂ ਹੋ ਜਾਵੇਗਾ। ਕੈਨੇਡਾ ਲਈ ਕੁਈਨਜ਼ ਦੀ ਪ੍ਰੀਵੀ ਕੌਂਸਲ ਅਤੇ ਇੰਟਰਨੈਸ਼ਨਲ ਮਾਮਲਿਆਂ ਬਾਰੇ ਮੰਤਰੀ ਡੋਮਿਨਿਕ ਲੈਬਨੈਕ ਨੇ ਕਿਹਾ ਕਿ ਕੈਨੇਡਾ ਨੇ ਵੈਕਸੀਨ ਖਰੀਦਣ ਦੇ ਲਈ ਸੌਦਾ ਕਰ ਲਿਆ ਹੈ ਅਤੇ ਜਲਦ ਹੀ ਇਹ ਵੈਕਸੀਨ ਕੈਨੇਡਾ ਨੂੰ ਮਿਲੇਗਾ। ਕੈਨੇਡਾ ਸਮੇਂ ਦੇ ਨਾਲ-ਨਾਲ ਹੋਰ ਵੈਕਸੀਨ ਖਰੀਦ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਲੱਖਾਂ ਵੈਕਸੀਨ ਮਿਲਣ ਜਾ ਰਹੇ ਹਨ ਅਤੇ ਅਸੀਂ ਜਲਦ ਹੀ ਇਹ ਲੋਕਾਂ ਤੱਕ ਪਹੁੰਚਾ ਦੇਵਾਂਗੇ। ਜ਼ਿਕਰਯੋਗ ਹੈ ਕਿ ਕੈਨੇਡਾ ਦੇ ਸੂਬੇ ਓਨਟਾਰੀਓ ਨੇ ਵੈਕਸੀਨ ਵੰਡਣ ਦੇ ਲਈ ਟਾਸਕ ਫੋਰਸ ਤਿਆਰ ਕਰ ਲਈ ਹੈ, ਜੋ ਹੈਲਥ ਵਰਕਰਸ ਦੀ ਮਦਦ ਕਰੇਗੀ ਅਤੇ ਟੀਕਾ ਹਰ ਖੇਤਰ ਦੇ ਵਿੱਚ ਪਹੁੰਚਾਇਆ ਜਾਵੇਗਾ। ਕੈਨੇਡਾ ਨੇ ਫਾਈਜ਼ਰ, ਮੋਡਰਨਾ ਅਤੇ ਐਸਟ੍ਰਾਜ਼ੇਨੇਕਾ ਵੈਕਸੀਨ ਖਰੀਦ ਲਏ ਹਨ। ਪਬਲਿਕ ਸਿਹਤ ਏਜੰਸੀ ਕੈਨੇਡਾ ਮੁਤਾਬਕ ਕੈਨੇਡਾ ਨੂੰ ਮਾਰਚ ਤੱਕ ਫਾਈਜ਼ਰ ਦੀਆਂ 4 ਮਿਲੀਅਨ ਅਤੇ ਮੋਡਰਨਾ ਦੀਆਂ 2 ਮਿਲੀਅਨ ਖੁਰਾਕਾਂ ਪੁੱਜ ਜਾਣਗੀਆਂ। ਅੱਜ ਅਮਰੀਕਾ ਦੇ ਵਿੱਚ ਥੈਂਕਸਗਿਵਿੰਗ ਡੇ ਮਨਾਇਆ ਜਾ ਰਿਹਾ ਹੈ ਤੇ ਇਸ ਵਾਰ ਦਾ ਜੋ ਥੈਂਕਸਗਿਵਿੰਗ ਡੇ ਹੈ ਉਹ ਅਮਰੀਕਾ ਦੇ ਵਿੱਚ ਪਿਛਲੇ ਕਈ ਸਾਲਾਂ ਨਾਲੋਂ ਵੱਖਰਾ ਹੈ, ਕਿਉਂਕਿ ਇਸ ਵਾਰ ਅਮਰੀਕਾ ਦੇ ਵਿੱਚ ਵੀ ਜੋ ਕੋਵਿਡ-19 ਵਾਇਰਸ ਦਾ ਫੈਲਾਅ ਕਾਫੀ ਵੱਡੇ ਪੱਧਰ ਦੇ ਉੱਪਰ ਦੇਖਣ ਨੂੰ ਮਿਲ ਰਿਹਾ ਹੈ। ਅਜਿਹੇ ਦੇ ਵਿੱਚ ਜੋ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਨੇ, ਉਹਨਾਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਇਕੱਠ ਨਾ ਕੀਤਾ ਜਾਵੇ, ਬਲਕਿ ਜਿਹੜੀ ਵੈਕਸੀਨ ਹੈ ਉਸ ਦਾ ਇੰਤਜ਼ਾਰ ਕੀਤਾ ਜਾਵੇ ਤੇ ਸਮਾਗਮ ਜਿਹੜੇ ਨੇ ਉਹਨਾਂ ਨੂੰ ਨਾ ਮਨਾਇਆ ਜਾਵੇ। ਹੋਰ ਉਹਨਾਂ ਵੱਲੋਂ ਕੀ ਕਿਹਾ ਗਿਆ ਹੈ ਉਹ ਤੁਹਾਡੇ ਨਾਲ ਜਾਣਕਾਰੀ ਇਸ ਖਬਰ ਦੇ ਵਿੱਚ ਸਾਂਝੀ ਕਰਾਂਗੇ। ਅੱਜ ਅਮਰੀਕਾ ਦੇ ਵਿੱਚ ਥੈਂਕਸਗਿਵਿੰਗ ਡੇ ਮਨਾਇਆ ਜਾ ਰਿਹਾ ਹੈ, ਪਰ ਇਸ ਵਾਰ ਦਾ ਇਹ ਥੈਂਕਸਗਿਵਿੰਗ ਡੇ ਅਮਰੀਕਾ ਦੇ ਵਿੱਚ ਕੁਝ ਵੱਖਰਾ ਹੈ ਕਿ ਇਸ ਵਾਰ ਦੇਸ਼ ਦੇ ਵਿੱਚ ਪੈਂਡੇਮਿਕ ਬੁਰੀ ਤਰ੍ਹਾਂ ਦੇ ਨਾਲ ਫੈਲਿਆ ਹੋਇਆ ਹੈ। ਇਸ ਨੂੰ ਦੇਖਦਿਆਂ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਨੇ ਇਸ ਤੋਂ ਪਹਿਲਾਂ ਦੇਸ਼ ਵਾਸੀਆਂ ਨੂੰ ਇਸ ਤਿਉਹਾਰ ਨੂੰ ਨਾ ਮਨਾਉਣ ਦੀ ਅਪੀਲ ਕੀਤੀ ਹੈ। ਉਹਨਾਂ ਨੇ ਸਭ ਨੂੰ ਕਿਹਾ ਕਿ ਵੈਕਸੀਨ ਦਾ ਇੰਤਜ਼ਾਰ ਕਰੋ। ਅਮਰੀਕਾ ਦੇ ਸੈਂਟਰਸ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੇ ਵੱਲੋਂ ਸਲਾਹ ਦਿੱਤੀ ਗਈ। ਉਹਨਾਂ ਕਿਹਾ ਕਿ ਇਸ ਮੌਕੇ ਪਬਲਿਕ ਹੌਲੀਡੇ ਟਰੈਵਲ, ਦੋਸਤਾਂ ਤੇ ਰਿਸ਼ਤੇਦਾਰਾਂ ਦੇ ਨਾਲ ਡਿਨਰ ਵਰਗੇ ਸਮਾਗਮ ਨਾ ਕਰੇ। ਦੂਜੇ ਪਾਸੇ ਹੈਲਥ ਐਕਸਪਰਟਸ ਦੀ ਮੰਨੀਏ ਤਾਂ ਉਹਨਾਂ ਨੇ ਵੀ ਭੀੜ ਤੋਂ ਬਚਣ ਦੇ ਲਈ ਕਿਹਾ ਹੈ ਤੇ ਦੱਸਿਆ ਕਿ ਭੀੜ ਇਕੱਠੀ ਹੋਣ ਦੇ ਨਾਲ ਇਹ ਮਾਮਲੇ ਹੋਰ ਵੱਧ ਸਕਦੇ ਨੇ। ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਨੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਮਾਸਕ ਪਾਉਣ ਤੇ ਜਨਤਕ ਥਾਵਾਂ ਦੇ ਉੱਪਰ ਜਾਨੀ ਪਬਲਿਕ ਪਲੇਸਿਸ ਦੇ ਉੱਪਰ ਭੀੜ ਤੋਂ ਬਚਣ। ਇਸ ਦੇ ਨਾਲ ਹੀ ਦੱਸੀਏ ਕਿ ਐਕਸਪਰਟ ਵਾਰਨਿੰਗ ਜਾਨੀ ਕਿ ਮਾਹਿਰਾਂ ਦੀ ਚੇਤਾਵਨੀ ਬਾਅਦ ਵੀ ਇਹ ਦੇਖਣ ਦੇ ਵਿੱਚ ਆਇਆ ਕਿ ਕਈ ਅਮਰੀਕਨਸ ਨੇ ਟਰੈਵਲ ਕੀਤਾ ਤੇ ਇਸ ਮੌਕੇ ਉਹ ਇਕੱਠੇ ਵੀ ਹੋਏ। ਡਾਕਟਰਸ ਅਤੇ ਹੋਰ ਸਿਹਤ ਅਧਿਕਾਰੀਆਂ ਵੱਲੋਂ ਕਿਹਾ ਗਿਆ ਸੀ ਕਿ ਇਕੱਠ ਤੇ ਟਰੈਵਲ ਤੋਂ ਪਰਹੇਜ਼ ਕੀਤਾ ਜਾਵੇ। ਪਰ ਇਸ ਮੌਕੇ ਦੇ ਉੱਪਰ ਬਾਈਡਨ ਨੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਹੈ, ਜਿਸ ਦੇ ਵਿੱਚ ਕਿਹਾ ਸਮਾਗਮ ਨਾ ਮਨਾਓ ਤੇ ਵੈਕਸੀਨ ਦਾ ਇੰਤਜ਼ਾਰ ਕਰੋ। ਸੋ ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਛੋਣਵੀਆਂ ਖਬਰਾਂ ਦੇ ਉੱਪਰ। ਕੈਨੇਡਾ ਦੇ ਵਿੱਚ ਕੋਵਿਡ-19 ਅਪਡੇਟ ਦੱਸਾਂਗੇ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਆਏ ਕਿੰਨੇ ਮਾਮਲੇ ਸਾਹਮਣੇ। ਪੂਰੇ ਭਾਰਤ ਦੇ ਵਿੱਚ ਖੁੱਲੇ ਕੈਨੇਡਾ ਦੇ ਵੀਜ਼ਾ ਕੇਂਦਰ, ਦੱਸਾਂਗੇ ਕੌਣ ਜਾ ਸਕਦਾ ਹੈ ਹੁਣ ਕੈਨੇਡਾ। 2021 ਦੇ ਸ਼ੁਰੂ ਦੇ ਵਿੱਚ ਕੈਨੇਡਾ ਵਾਸੀਆਂ ਨੂੰ ਮਿਲੇਗੀ ਵੈਕਸੀਨ, 3 ਮਿਲੀਅਨ ਲੋਕਾਂ ਨੂੰ ਮਿਲੇਗੀ ਇਹ ਕੋਰੋਨਾ ਵੈਕਸੀਨ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਲਦ ਪਹੁੰਚ ਜਾਵੇਗਾ ਕੋਰੋਨਾ ਵੈਕਸੀਨ, ਕੀਤਾ ਗਿਆ ਇਸ ਵਾਸਤੇ ਸਾਰਾ ਪਲਾਨ ਤਿਆਰ। ਹੁਣ ਕੈਨੇਡਾ ਸਰਕਾਰ ਘੇਰੀ ਸਵਾਲਾਂ ਦੇ ਘੇਰੇ ਦੇ ਵਿੱਚ ਕੋਰੋਨਾ ਟੀਕੇ ਬਾਰੇ ਵਿਰੋਧੀ ਕਰ ਰਹੇ ਹਨ ਸਵਾਲ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।